ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਉਦਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਬਿਗਾਸ। ਜਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਜਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਸਤਿਗੁਰਾਂ ਦੀ ਅਪਾਰ ਮਿਹਰਮਤ ਬਖਸ਼ਿਸ਼ ਕਿਰਪਾ ਦੇ ਸਦਕਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਇਹਨਾਂ ਪਾਵਨ ਦੀਵਾਨਾਂ ਅੰਦਰ ਆਪ ਸਤਿਗੁਰ ਕੀ ਗੋਦ ਵਿੱਚ ਬੈਠ ਕੇ ਬੜੇ ਪਿਆਰ ਔਰ ਬੜੀ ਇਕਾਗਰਤਾ ਦੇ ਨਾਲ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕਰ ਰਹੇ ਸੋ। ਆਓ ਜੋ ਸਮਾਂ ਸਾਧ ਸੰਗਤ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੇ ਪਾਵਨ ਜੀਵਨ, ਸਤਿਗੁਰਾਂ ਦੇ ਆਗਮਨ ਦੀਆਂ ਉਹ ਘੜੀਆਂ ਜੋ ਸਾਨੂੰ ਤਵਾਰੀਖ ਦੇ ਅੰਦਰੋਂ ਗੁਰ ਇਤਿਹਾਸ ਦੇ ਅੰਦਰੋਂ ਪ੍ਰਾਪਤ ਹੁੰਦੀਆਂ ਨੇ। ਆਓ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੇ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਆਧਾਰ ਬਣਾ ਕੇ ਆਪਾਂ ਗੁਰੂ ਕੀ ਮੱਤ ਨੂੰ ਆਪਣੇ ਅੰਦਰ ਧਾਰਨ ਦਾ ਯਤਨ ਕਰੀਏ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸਤਿਗੁਰਾਂ ਦੀ ਆਮਦ ਧੰਨ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੇ ਗ੍ਰਹਿ ਵਿਖੇ ਔਰ ਮਾਤਾ ਗੰਗਾ ਜੀ ਜਿਨ੍ਹਾਂ ਦੀ ਕੁੱਖ ਤੋਂ ਸਨ 1595 ਈਸਵੀ ਨੂੰ ਸਤਿਗੁਰਾਂ ਦੀ ਆਮਦ ਗੁਰੂ ਕੀ ਵਡਾਲੀ ਵਿਖੇ ਹੁੰਦੀ ਹੈ। ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸਤਿਗੁਰਾਂ ਦੀ ਆਮਦ ਦੇ ਵਕਤ ਜੋ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਆਪ ਸਤਿਗੁਰ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਨੇ, ਥੋੜਾ ਜਿਹਾ ਸਤਿਗੁਰ ਪਾਤਸ਼ਾਹ ਜੀ ਦੇ ਅੰਮ੍ਰਿਤ ਜੀਵਨ ਨੂੰ ਸਮਝਣ ਤੋਂ ਪਹਿਲਾਂ ਸਾਧ ਸੰਗਤ ਜੀ ਆਪਾਂ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੇ ਜੀਵਨ ਤੋਂ ਥੋੜੀ ਜਿਹੀ ਸ਼ੁਰੂਆਤ ਮੇਰਾ ਮਨ ਨੇ ਆਪਾਂ ਕਰੀਏ ਤਾਂ ਕਿ ਗੱਲ ਚੰਗੀ ਤਰ੍ਹਾਂ ਸਮਝ ਵਿੱਚ ਆਏ। ਇਹ ਸਾਰਾ ਜਿਹੜਾ ਪ੍ਰਕਰਨ ਹੈ 1581 ਈਸਵੀ ਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਉਹ ਜੋਤੀ ਜੋਤ ਸਮਾਉਂਦੇ ਨੇ ਪਾਵਨ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ। ਜਿਸ ਵੇਲੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਜੋਤੀ ਜੋਤ ਸਮਾਉਂਦੇ ਨੇ,
ਉਸ ਤੋਂ ਪਹਿਲਾਂ ਸਤਿਗੁਰੂ ਜੀ ਆਪਣੀ ਹਯਾਤੀ ਵਿੱਚ ਸਿੱਖ ਸੰਗਤਾਂ ਨੂੰ ਇਹ ਹੁਕਮ ਕਰਕੇ ਗਏ ਸਨ ਕਿ ਮੇਰੇ ਤੋਂ ਬਾਅਦ ਤੁਸੀਂ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਦਾ ਸਰੂਪ ਕਰਕੇ ਜਾਣਨਾ। ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੂੰ ਆਪਣਾ ਅਗਲਾ ਗੁਰੂ ਕਰਕੇ ਜਾਣਿਆ ਜੇ। ਗੁਰੂ ਅਰਜੁਨ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ। ਹਾਲਾਂਕਿ ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਜੋਤੀ ਜੋਤ ਸਮਾਉਂਦੇ ਨੇ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜਿਹੜੇ ਵੱਡੇ ਸਾਹਿਬਜ਼ਾਦੇ ਨੇ, ਵੱਡੇ ਸੁਪੁੱਤਰ ਨੇ ਬਾਬਾ ਪ੍ਰਿਥੀ ਚੰਦ, ਉਹ ਇਸ ਗੱਲ ਦਾ ਵਿਰੋਧ ਵੀ ਕਰਦੇ ਨੇ। ਸਿਰਫ ਮਰਨ ਤੋਂ ਬਾਅਦ ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਹੀ ਨਹੀਂ, ਸਾਨੂੰ ਇਤਿਹਾਸ ਵਿੱਚੋਂ ਉਹ ਵੀ ਪਲ ਮਿਲਦਾ ਹੈ ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਬਾਬਾ ਪ੍ਰਿਥੀ ਚੰਦ ਕਦੀ ਮਾਇਆ ਦੇ ਪੱਖ ਨੂੰ ਲੈ ਕੇ, ਕਦੀ ਕਿਸੇ ਹੋਰ ਪੱਖ ਨੂੰ ਲੈ ਕੇ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨਾਲ ਉੱਚਾ ਬੋਲਦੇ ਸਨ। ਬਕਾਇਦਾ ਸਤਿਗੁਰ ਨੇ ਪਾਵਨ ਬਾਣੀ ਅੰਦਰ ਇਹ ਬਚਨ ਵੀ ਦਰਜ ਕੀਤੇ ਨੇ ਕਿ ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ ਤਿਨ ਸਿਉ ਝਗਰਤ ਪਾਪ। ਇਸ ਸ਼ਬਦ ਦੀ ਵਿਚਾਰ ਆਪਾਂ ਬਹੁਤ ਵਾਰ ਪਹਿਲੋਂ ਵੀ ਕਰ ਚੁੱਕੇ ਹਾਂ, ਖਾਸ ਕਰਕੇ ਜਿੱਦਣ ਪਿਛਲੇ ਦਿਨ ਆਪਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਕਾਰਨ ਵਾਚੇ ਸਨ। ਮੈਂ ਸਿਰਫ ਸੰਖੇਪ ਜੀ ਵਿਚਾਰ ਪਿਛਲੇ ਪ੍ਰਕਰਨ ਨੂੰ ਲੈ ਕੇ ਆਪਾਂ ਆਉਣਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਆਮਦ ਵਾਲੇ। ਇੱਥੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਸੁਭਾਈਮਾਨ ਹੁੰਦੇ ਨੇ। ਦੋ ਪੱਗਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਨਮੁਖ ਆਉਂਦੀਆਂ ਨੇ। ਇਤਿਹਾਸ ਲਿਖਦਾ ਇਹ ਪੱਗਾਂ, ਇਹ ਦਸਤਾਰਾਂ ਬਾਬਾ ਪ੍ਰਿਥੀ ਚੰਦ ਜੀ ਨੂੰ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਭੇਜੀਆਂ ਗਈਆਂ ਸਨ ਤੇ ਭੇਜਣ ਵਾਲੇ ਸਨ ਬਾਬਾ ਸ਼੍ਰੀ ਚੰਦ ਜੀ। ਇਹ ਦੋ ਪੱਗਾਂ ਸਨ, ਇੱਕ ਗੁਰਿਆਈ ਦੀ ਤੇ ਦੂਜੀ ਜ਼ਿੰਮੇਦਾਰੀ ਦੀ। ਜ਼ਿੰਮੇਦਾਰੀ ਦੀ ਦਸਤਾਰ ਜਿਹੜੀ ਹੈ ਉਹ ਵੱਡੇ ਸੁਪੁੱਤਰ ਬਾਬਾ ਪ੍ਰਿਥੀ ਚੰਦ ਨੂੰ ਦਿੱਤੀ ਗਈ। ਗੁਰਤਾ ਗੱਦੀ ਦੀ ਜਿਹੜੀ ਦਸਤਾਰ ਹੈ ਉਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਦੇਣ ਲੱਗਿਆ। ਬਾਬਾ ਪ੍ਰਿਥੀ ਚੰਦ ਨੇ ਇਸ ਗੱਲ ਦਾ ਰੋਲਾ ਉਸ ਵਕਤ ਵੀ ਪਾਇਆ ਵੀ ਗੁਰਤਾ ਗੱਦੀ ਤੇ ਹੱਕ ਮੇਰਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੇ ਭਰਾ ਦੇ ਨਾਲ ਉਸ ਵਕਤ ਲੜੇ ਨਹੀਂ, ਕਿਉਂਕਿ ਸਾਡੀ ਸੰਸਾਰਿਕ ਇੱਕ ਬਿਰਤੀ ਹੈ ਗੁਰਮਖੋ। ਮੈਂ ਬਹੁਤ ਵਾਰੀ ਬੇਨਤੀ ਕਰਨਾ ਵੀ ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਨੇ ਜ਼ਰੂਰ ਹਾਂ ਜਾਂ ਸਤਿਗੁਰਾਂ ਦੇ ਇਤਿਹਾਸ ਨੂੰ ਸੁਣਦੇ ਜ਼ਰੂਰ ਹਾਂ, ਪਰ ਅਸੀਂ ਕਦੀ ਸਤਿਗੁਰਾਂ ਦੀ ਪਾਵਨ ਬਾਣੀ ਜਾਂ ਇਤਿਹਾਸ ਤੋਂ ਪ੍ਰੇਰਨਾ ਨਹੀਂ ਲੈਂਦੇ। ਸਾਡੇ ਘਰਾਂ ਦੇ ਵਿੱਚ ਆਪਸੀ ਵਿਵਾਦ ਝਗੜੇ ਹਰ ਘਰ ਵਿੱਚ ਹੁੰਦੇ ਨੇ, ਪਰ ਇਹ ਵੀ ਸੱਚ ਹੈ ਵੀ ਦੋ ਭਰਾ ਇੱਕੋ ਮਾਂ ਦੀ ਕੁੱਖ ਤੋਂ ਜਾਏ ਆਪਣੇ ਘਰ ਦੀਆਂ ਛੋਟੀਆਂ ਛੋਟੀਆਂ ਵਸਤੂਆਂ ਤੇ ਚੀਜ਼ਾਂ ਦੇ ਪਿੱਛੇ ਇੰਨੀ ਹੱਦ ਤੱਕ ਲੜਦੇ ਨੇ ਵੀ ਉਹ ਲੜਾਈਆਂ ਕੋਰਟ ਕਚਹਿਰੀਆਂ ਦੇ ਅੰਦਰ ਤੱਕ ਜਾਂਦੀਆਂ ਨੇ। ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਬਹੁਤ ਪਿਆਰੀ ਉਦਾਹਰਨ ਸਾਡੇ ਸਾਹਮਣੇ ਆਪਣੇ ਜੀਵਨ ਵਿੱਚੋਂ ਰੱਖੀ ਹੈ ਕਿ ਉਸ ਵਕਤ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਜੀ ਦੇ ਨਾਲ ਲੜੇ ਨਹੀਂ, ਬਲਕਿ ਜ਼ਿੰਮੇਦਾਰੀ ਦੀ ਦਸਤਾਰ ਦੇ ਨਾਲ ਗੁਰਿਆਈ ਦੀ ਦਸਤਾਰ ਵੀ ਉਹਨਾਂ ਦੇ ਸਿਰ ਤੇ ਰੱਖ ਕੇ ਤੇ ਇਹ ਬਚਨ ਆਖਿਆ ਕਿ ਭਰਾਤਾ ਲੜਨਾ ਨਹੀਂ। ਮੇਰੇ ਵੀਰ, ਲੜਾਈ ਕਿਸ ਗੱਲ ਦੀ, ਆਪਾਂ ਇੱਕੋ ਪਿਓ ਦੇ ਜਾਏ ਹਾਂ। ਜੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਤੈਨੂੰ ਚਾਹੀਦੀ ਹੈ ਤੇ ਮੇਰੇ ਭਰਾ ਇਸ ਜ਼ਿੰਮੇਵਾਰੀ ਨੂੰ ਤੂੰ ਸੰਭਾਲ ਲੈ। ਹਾਲਾਂਕਿ ਇਹ ਜੋਤ ਜਾਤ ਖਸਮੇ ਵਡਿਆਈ ਹੈ, ਇਹ ਤੇ ਖਸਮ ਦੀ ਵਡਿਆਈ ਹੈ। ਜੋਤ ਉਹਦੇ ਅੰਦਰ ਟਿਕਣੀ ਹੈ ਮੇਰਾ ਮਾਲਕ, ਜਿਹੜਾ ਭਾਂਡਾ ਇਸ ਕਾਬਲ ਹੋਏਗਾ, ਤੇ ਉਹ ਭਾਂਡਾ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਖੈਰ, ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਅੰਮ੍ਰਿਤਸਰ ਦੀ ਧਰਤੀ ਤੇ ਆਏ।
ਇੱਥੇ ਜਿਹੜਾ ਪ੍ਰਬੰਧ ਮੇਰੇ ਸਤਿਗੁਰ ਨੇ ਚਲਾਇਆ, ਕਿਉਂਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਰਾਮਸਰ ਦੀ ਖੁਦਾਈ ਦਾ ਕੰਮ ਆਰੰਭ ਕਰ ਚੁੱਕੇ ਸਨ। ਇੱਥੇ ਰਾਮਸਰ ਦਾ ਜਿਹੜਾ ਸਰੋਵਰ ਹੈ ਤਿਆਰ ਕੀਤਾ ਗਿਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਾਵਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸਥਾਪਨਾ ਕੀਤੀ। ਇਸੇ ਸਮੇਂ ਦੇ ਦੌਰਾਨ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵਿਆਹ ਨੂੰ ਕਿੰਨੇ ਸਾਲ ਬਤੀਤ ਹੋ ਗਏ ਨੇ, ਪਰ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਵਿੱਚ ਕੋਈ ਔਲਾਦ ਨਹੀਂ। ਇੱਕ ਦਿਨ ਵਸ ਲੱਗੇ, ਜਿਹੜੀ ਬੀਬੀ ਕਰਮੋ ਸੀ ਬਾਬਾ ਪਿਰਥੀ ਚੰਦ ਦੀ ਘਰ ਵਾਲੀ, ਉਹ ਇੱਕ ਦਿਨ ਮਾਤਾ ਗੰਗਾ ਜੀ ਨੇ ਜਿਹੜਾ ਗੁਰੂ ਘਰ ਦਾ ਸਮਾਨ ਸੀ, ਜੋ ਭੇਟਾਵਾਂ ਗੁਰੂ ਘਰ ਵਿੱਚ ਆਉਂਦੀਆਂ ਨੇ, ਅਕਸਰ ਜਦੋਂ ਬਰਸਾਤਾਂ ਦੇ ਦਿਨ ਹੁੰਦੇ ਨੇ ਤੇ ਸੌਣ ਭਾਦੋ ਦੇ ਮਹੀਨੇ ਵਿੱਚ ਚੀਜ਼ਾਂ ਪਈਆਂ ਅੰਦਰ ਸਲਾਬੀਆਂ ਜਾਂਦੀਆਂ ਨੇ, ਤੇ ਮਾਤਾ ਗੰਗਾ ਜੀ ਨੇ ਆਪਣੇ ਨਾਲ ਕੁਝ ਸੇਵਕ ਲਏ। ਉਹਨਾਂ ਸੇਵਕਾਂ ਨੂੰ ਲੈ ਕੇ ਤੇ ਗੁਰੂ ਘਰ ਦੇ ਅੰਦਰ ਆਈਆਂ ਕੀਮਤੀ ਪੁਸ਼ਾਕਾਂ ਭੇਟਾਵਾਂ ਉਹਨਾਂ ਨੂੰ ਬਾਹਰ ਧੁੱਪ ਵਿੱਚ ਕੱਢਿਆ। ਇਹ ਕਿਤੇ ਅੰਦਰ ਪਈਆਂ ਖਰਾਬ ਨਾ ਹੋ ਜਾਣ, ਇਹਨਾਂ ਨੂੰ ਧੁੱਪ ਲੱਗਣੀ ਚਾਹੀਦੀ ਏ। ਧੁੱਪ ਲਾਉਣ ਲਈ ਉਹ ਕੀਮਤੀ ਪੁਸ਼ਾਕੇ ਬਾਹਰ ਕੱਢੇ ਤੇ ਬੀਬੀ ਕਰਮੋ ਦਾ ਧਿਆਨ ਪਿਆ। ਤੇ ਬੀਬੀ ਕਰਮੋ ਇਹਨੇ ਜਦੋਂ ਕੀਮਤੀ ਭੇਟਾਵਾਂ ਪੁਸ਼ਾਕਾਂ ਵੇਖੀਆਂ ਤੇ ਆਪਣੇ ਘਰ ਵਾਲੇ ਬਾਬਾ ਪਿਰਥੀ ਚੰਦ ਨੂੰ ਇੱਕ ਗੱਲ ਕਹੀ, ਕਹਿਣ ਲੱਗੇ, ਦੇਖਿਆ ਜੇ ਕਿਤੇ ਗੁਰਤਾ ਗੱਦੀ ਤੁਹਾਨੂੰ ਮਿਲੀ ਹੁੰਦੀ ਤੇ ਆ ਸਾਰੀਆਂ ਚੀਜ਼ਾਂ ਤੇ ਹੱਕ ਆਪਣਾ ਹੋਣਾ ਸੀ। ਹੁਣ ਇਹ ਸਾਰੀਆਂ ਚੀਜ਼ਾਂ ਗੁਰੂ ਅਰਜਨ ਦੇ ਘਰ ਦੇ ਵਿੱਚ ਨੇ, ਇਹਨਾਂ ਨੂੰ ਗੰਗਾ ਸਾਂਭ ਕੇ ਬੈਠੀਏ। ਕਿੰਨਾ ਚੰਗਾ ਹੁੰਦਾ ਜੇ ਤੁਸੀਂ ਪਿਤਾ ਦੀ ਗੱਲ ਮੰਨ ਲੈਂਦੇ, ਆਗਿਆ ਵਿੱਚ ਚੱਲਦੇ ਤੇ ਇਹ ਗੁਰਤਾ ਗੱਦੀ ਤੁਹਾਨੂੰ ਮਿਲ ਜਾਂਦੀ। ਅੰਦਰੋਂ ਇੰਨੀ ਸੜ ਬਲ ਚੁੱਕੀ ਸੀ ਬੀਬੀ ਕਰਮੋ, ਮੈਂ ਕਹਿੰਦਾ ਕਈ ਵਾਰੀ ਸੱਚ ਵਿੱਚ ਗੁਰਮੁਖੋ ਬਾਹਰ ਦੀਆਂ ਚੀਜ਼ਾਂ, ਬਾਹਰ ਦੀਆਂ ਦਾਤਾਂ ਪਦਾਰਥ ਇਹ ਘਰਾਂ ਦੇ ਅੰਦਰ ਇੰਨੀ ਵਿੱਥ ਖੜੀ ਕਰ ਦਿੰਦੀਆਂ ਨੇ। ਬਹੁਤ ਕੁਝ ਐਸਾ ਜਿਹੜਾ ਸਤਿਗੁਰ ਕੀ ਪਾਵਨ ਬਾਣੀ ਸਾਨੂੰ ਵਾਰ-ਵਾਰ ਪ੍ਰੇਰਨਾ ਦੇ ਕੇ ਸਮਝਾਉਂਦੀ ਹੈ, ਪਰ ਸਿੱਖਿਆ ਲੈਣ ਦੀ ਜ਼ਰੂਰਤ ਹੈ। ਇਹੀ ਕਾਰਨ ਹੈ ਕਿ ਸਾਡੇ ਘਰਾਂ ਵਿੱਚ ਅਕਸਰ ਛੋਟੀਆਂ-ਛੋਟੀਆਂ ਚੀਜ਼ਾਂ ਕਰਕੇ ਬਹੁਤ ਵੱਡੇ-ਵੱਡੇ ਵਿਵਾਦ ਹੁੰਦੇ ਨੇ। ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਪ੍ਰੇਰਨਾ ਲਈਏ। ਜਦੋਂ ਬੀਬੀ ਕਰਮੋ ਨੇ ਇਹ ਗੱਲ ਆਪਣੇ ਘਰ ਵਾਲੇ ਨੂੰ ਕਹੀ ਤੇ ਅੱਗੋਂ ਪਿਰਥੀ ਚੰਦ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਭਗਵਾਨ ਨੇ ਗੁੱਸਾ ਨਾ ਕਰ, ਕੀ ਹੋਇਆ ਜੇ ਇਹ ਦਾਤਾਂ ਸਾਨੂੰ ਨਹੀਂ ਮਿਲੀਆਂ, ਗੁਰਤਾ ਗੱਦੀ ਸਾਨੂੰ ਨਹੀਂ ਮਿਲੀ, ਪਰ ਵੇਖ ਅੱਜ ਜਿਹੜੇ ਬਾਹਰ ਅੱਜ ਇੰਨੀਆਂ ਦਾਤਾਂ ਕੱਢ ਕੇ ਧੁੱਪ ਲਵਾਉਂਦੇ ਪਏ ਨੇ, ਜਿਨ੍ਹਾਂ ਕੋਲੋਂ ਇੰਨਾ ਕੁਝ ਏ, ਵੇਖ ਇਹਨਾਂ ਦੇ ਘਰ ਕਿਹੜੀ ਕੋਈ ਔਲਾਦ ਏ, ਇਹਨਾਂ ਤੇ ਉਤਰੇ ਹੀ ਮਰ ਜਾਣਾ ਹੈ। ਇਹਨਾਂ ਤੋਂ ਬਾਅਦ ਆ ਸਾਰਾ ਕੁਝ ਆਪਣੇ ਪੁੱਤਰ ਮਿਹਰਬਾਨ ਨੂੰ ਹੀ ਤੇ ਮਿਲਣਾ ਹੈ। ਸੱਚ ਵਿੱਚ ਗੁਰਮੁਖੋ ਇਹਨੇ ਬਾਬਾ ਪਿਰਥੀ ਚੰਦ ਨੇ ਬਹੁਤ ਯਤਨ ਕੀਤੇ ਸਨ, ਬਹੁਤ ਯਤਨ ਕੀਤੇ ਸਨ। ਇੱਥੋਂ ਤੱਕ ਜਿਹੜਾ ਬਾਬਾ ਪਿਰਥੀ ਚੰਦ ਦਾ ਪੁੱਤਰ ਸੀ ਮਿਹਰਬਾਨ, ਇਹ ਬਹੁਤ ਪੜ੍ਹਿਆ ਤੇ ਵਿਦਵਾਨ ਬੰਦਾ ਸੀ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ ਕਰਨੀ ਸੀ ਤੇ ਗੁਰੂ ਕੀ ਸੰਗਤ ਗੁਰੂ ਕੇ ਚਰਨਾਂ ਵਿੱਚ ਆ ਕੇ ਬਾਣੀ ਪੜ੍ਹਦੀ ਹੁੰਦੀ ਸੀ। ਉੱਥੇ ਇੱਕ ਦਿਨ ਸਤਿਗੁਰਾਂ ਦੇ ਕੰਨਾਂ ਵਿੱਚ ਇੱਕ ਸ਼ਬਦ ਪਿਆ। ਉਹ ਸ਼ਬਦ ਗੁਰਬਾਣੀ ਦਾ ਨਹੀਂ ਸੀ, ਪਰ ਉਸ ਸ਼ਬਦ ਦੇ ਅਖੀਰ ਵਿੱਚ ਜਿਹੜਾ ਪਦ ਸੀ ਉਹ ਨਾਨਕ ਸੀ। ਬਹੁਤ ਪਿਆਰੇ ਬਚਨ ਉਸ ਵੇਲੇ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਲਿਖੇ ਨੇ। ਉਹ ਕਹਿੰਦਾ, ਮਿਹਰਬਾਨ ਪੁੱਤਰ ਪ੍ਰਿਥੀਏ ਕਾ ਕਵਿਸ਼ਰੀ ਕਰੇ, ਪਾਰਸੀ ਹਿੰਦਵੀ ਸੰਸਕ੍ਰਿਤ ਨਾਲੇ ਗੁਰਮੁਖੀ ਪੜ੍ਹੇ, ਤਿੰਨ ਵੀ ਬਾਣੀ ਬਹੁਤ ਬਣਾਈ। ਉਹਨੇ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਤੁਲ, ਗੁਰੂ ਪਾਤਸ਼ਾਹ ਜੀ ਦੇ ਤੁਲ ਬਹੁਤ ਬਾਣੀ ਜਿਹੜੀ ਆਪਣੀ ਕੱਚੀ ਰਚਨਾ ਬਣਾਈ, ਪਰ ਉਹਨੇ ਹੱਦ ਇਹ ਕੀਤੀ ਵੀ ਭੋਗ ਗੁਰੂ ਨਾਨਕ ਜੀ ਕਾ ਪਾਈ। ਜਿਹੜਾ ਭੋਗ ਸੀ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਹੀ ਪਾਇਆ ਗਿਆ। ਭਾਵ ਜਿਹੜੀ ਸ਼ਬਦ ਦੀ ਸਮਾਪਤੀ ਹੈ ਉੱਥੇ ਪਦ ਉਹਨੇ ਨਾਨਕ ਵਰਤਿਆ। ਤੇ ਉਹ ਸ਼ਬਦ ਇੱਕ ਦਿਨ ਜਦੋਂ ਸਤਿਗੁਰ ਦੇ ਕੰਨਾਂ ਵਿੱਚ ਪਿਆ ਤੇ ਸਾਹਿਬ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਬੁਲਾ ਕੇ ਕਿਹਾ ਸੀ, ਬਾਬਾ ਬੁੱਢਾ ਜੀ, ਹੁਣ ਜਿਹੜੇ ਮੀਣੇ ਨੇ ਉਹ ਗੁਰਬਾਣੀ ਦੇ ਵਿੱਚ ਰਲਾ ਪਾਉਣ ਲੱਗ ਪਏ ਨੇ,
ਆਪਾਂ ਹੁਣ ਗੁਰਬਾਣੀ ਨੂੰ ਜੁਦਾ ਕਰੀਏ ਤਾਂ ਕਿ ਇਹ ਮੀਣੇ ਗੁਰਬਾਣੀ ਦੇ ਅੰਦਰ ਰਲਾ ਨਾ ਪਾ ਸਕਣ। ਉੱਥੋਂ ਸਤਿਗੁਰ ਪਾਤਸ਼ਾਹ ਜੀ ਨੇ ਬਾਣੀ ਦੀ ਜਿਹੜੀ ਸੰਪਾਦਨਾ ਦਾ ਕੰਮ ਸ਼ੁਰੂ ਕੀਤਾ। ਇੰਨਾ ਹੀ ਨਹੀਂ, ਪਿਰਥੀ ਚੰਦ ਨੇ ਬਿਲਕੁਲ ਹੂਬਹੂ ਜਿਹੋ ਜਿਹਾ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੇ ਹਰਮੰਦਰ ਸਾਜਿਆ, ਹੇਰਹੀ ਪਿੰਡ ਦੇ ਅੰਦਰ ਬਿਲਕੁਲ ਇਹੋ ਜਿਹਾ ਇੱਕ ਸਥਾਨ ਵੀ ਤਿਆਰ ਕਰ ਦਿੱਤਾ। ਖੈਰ ਉਸ ਵੇਲੇ ਬਾਬਾ ਪਿਰਥੀ ਚੰਦ ਨੇ ਬਚਨ ਕਹੇ, ਕਹਿਣ ਲੱਗੇ ਨਾ ਔਤਰੇ ਮਰ ਜਾਣਾ, ਇਹਨਾਂ ਘਰ ਕਿਹੜਾ ਕੋਈ ਪੁੱਤਰ ਹੈ, ਗੱਦੀ ਦੀ ਦਾਤ ਆਪਣੇ ਪੁੱਤਰ ਨੂੰ ਹੀ ਮਿਲਣੀ ਹੈ। ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ, ਸਤਿਗੁਰਾਂ ਦੇ ਮਹਿਲ ਮਾਤਾ ਗੰਗਾ ਜੀ, ਉਹਨਾਂ ਤੱਕ ਦਾਸੀ ਨੇ ਘਰ ਵਿੱਚ ਸੇਵਾ ਕਰਨ ਵਾਲੇ ਇੱਕ ਸੇਵਕਾ ਨੇ ਇਹ ਗੱਲ ਪਹੁੰਚਾਈ ਵੀ ਮਾਤਾ ਜੀ ਅੱਜ ਆਹ ਬਚਨ ਮੈਂ ਕੰਨਾਂ ਵਿੱਚੋਂ ਸੁਣੇ ਨੇ, ਕੰਨਾਂ ਰਾਹੀਂ ਸੁਣੇ ਨੇ, ਔਰ ਇਹ ਬਚਨ ਜਿਹੜੇ ਸਨ ਇਹ ਬਾਬਾ ਪਿਰਥੀ ਚੰਦ ਦੀ ਘਰ ਵਾਲੀ ਬੀਬੀ ਕਰਮੋ ਦੇ ਸਨ ਤੇ ਬਾਬਾ ਪਿਰਥੀ ਚੰਦ ਦੇ ਸਨ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਮਾਤਾ ਗੰਗਾ ਜੀ ਫਰਿਆਦੀ ਬਣ ਕੇ ਗਏ। ਇਸ ਤੋਂ ਪਹਿਲਾਂ ਕਦੀ ਮਾਤ ਗੰਗਾ ਜੀ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਦੁਨਿਆਵੀ ਦਾਤ ਕਰਕੇ ਕਦੀ ਬੇਨਤੀ ਨਹੀਂ ਸੀ ਕੀਤੀ। ਵੇਖੋ ਸਾਹਿਬ ਦੀ ਬਾਣੀ ਕਹਿੰਦੀ ਦਾਤ ਖਸਮ ਦੀ ਏ ਤੇ ਖਸਮ ਜਿਹਨੂੰ ਭਾਵੇ, ਜਿਹੜਾ ਭਾ ਜਾਏ ਦਾਤ ਉਹ ਖਸਮ ਉਸ ਨੂੰ ਉਹ ਦਾਤ ਦਿੰਦਾ ਹੈ। ਇਸ ਕਰਕੇ ਸਤਿਗੁਰ ਨੇ ਸਦਾ ਪਰਮਾਤਮਾ ਦੇ ਭਾਣੇ ਤੇ ਰਜ਼ਾ ਵਿੱਚ ਰਹਿਣ ਦੀ ਗੱਲ ਕੀਤੀ ਹੈ। ਪਰ ਭਾਣਾ ਸੀ ਐਸਾ, ਸਬਬ ਐਸਾ ਬਣਿਆ ਕਿਉਂਕਿ ਗੱਲ ਸਿਰਫ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਨਹੀਂ ਸੀ, ਗੱਲ ਆ ਗਈ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ। ਕਿਉਂਕਿ ਉਹਨਾਂ ਨੇ ਔਤਰਾ ਸਿਰਫ ਗੁਰੂ ਅਰਜਨ ਸਾਹਿਬ ਜੀ ਨੂੰ ਨਹੀਂ ਆਖਿਆ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਤਿਗੁਰਾਂ ਦੇ ਉੱਪਰ ਇਹ ਗੱਲ ਟੁਕਾ ਕੇ ਬੋਲੇ ਕਿ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਕੱਲ ਨੂੰ ਸਾਡੇ ਪੁੱਤਰ ਮਿਹਰਬਾਨ ਨੂੰ ਮਿਲਣੀ, ਇਹਨਾਂ ਦੇ ਘਰ ਕਿਹੜੀ ਕੋਈ ਔਲਾਦ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਮਾਤ ਗੰਗਾ ਜੀ ਨੇ ਫਰਿਆਦ ਕੀਤੀ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਵੇਲੇ ਮਾਤ ਗੰਗਾ ਜੀ ਨੂੰ ਇਹ ਬਚਨ ਕਹੇ ਕਿ ਦਾਤ ਖਸਮ ਦੀ ਏ ਤੇ ਖਸਮ ਦੀ ਦਾਤ ਖਸਮ ਦੇ ਚਰਨਾਂ ਦੇ ਵਿੱਚ ਅਰਜ਼ੋਈ ਕਰੀਏ, ਜਦੋਂ ਸਮਾਂ ਹੋਏਗਾ ਉਹ ਦਾਤ ਖਸਮ ਨੇ ਉਦੋਂ ਹੀ ਦੇਣੀ ਹੈ। ਜਦੋਂ ਮਾਤ ਗੰਗਾ ਜੀ ਨੇ ਫਰਿਆਦ ਕੀਤੀ, ਬੇਨਤੀ ਕੀਤੀ ਬੜੇ ਭਾਵੁਕ ਜਿਹੇ ਹੋ ਕੇ, ਤੇ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਚਨ ਕਹੇ ਸਨ ਮਾਤਾ ਗੰਗਾ ਜੀ ਨੂੰ ਵੀ ਤੁਸੀਂ ਬਾਬਾ ਬੁੱਢਾ ਜੀ ਜਿਹੜੇ ਬ੍ਰਹਮ ਗਿਆਨੀ ਜਿਨ੍ਹਾਂ ਤੇ ਗੁਰੂ ਨਾਨਕ ਦੀ ਬੜੀ ਕਿਰਪਾ ਹੈ, ਤੁਸੀਂ ਇਹ ਫਰਿਆਦ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਕਰੋ। ਸਾਧ ਸੰਗਤ ਦੇ ਇਤਿਹਾਸਕ ਪੱਖ ਤੇ ਇੱਥੇ ਬਹੁਤ ਉਲਝਣਾਂ ਨੇ। ਸਾਡੇ ਇਤਿਹਾਸ ਵਿੱਚ ਬਹੁਤ ਕੁਝ ਐਸਾ ਹੈ ਜਿਹਨੂੰ ਅੱਜ ਦੇ ਅਜੋਕੇ ਸਮੇਂ ਵਿੱਚ ਜ਼ਰੂਰਤ ਹੈ ਕਿ ਸਾਡੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਕਮੇਟੀ ਉਹ ਸਾਡੇ ਇਤਿਹਾਸਕਾਰਾਂ ਦਾ ਇੱਕ ਪੈਨਲ ਬਿਠਾ ਕੇ ਤੇ ਸਾਰੇ ਇਤਿਹਾਸ ਨੂੰ ਨਵੇਂ ਸਿਰੇ ਤੋਂ ਉਹਦੇ ਅੰਦਰ ਦੀਆਂ ਊਣਤਾਈਆਂ ਨੂੰ ਦੂਰ ਕਰਕੇ ਲਿਖੇ। ਨਹੀਂ ਤੇ ਗੁਰਮਖੋ ਇਹ ਵਿਵਾਦ ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚਿਆਂ ਨੂੰ ਪਤਾ ਨਹੀਂ ਕਿੱਥੇ ਲੈ ਕੇ ਜਾਏਗਾ। ਖੈਰ ਮੈਂ ਸਿਰਫ ਬੇਨਤੀ ਜਿਹੜੀ ਕਰ ਰਿਹਾ ਸਾਂ ਵੀ ਮਾਤ ਗੰਗਾ ਜੀ ਨੂੰ ਕਿਹਾ ਤੁਸੀਂ ਬਾਬਾ ਬੁੱਢਾ ਜੀ ਕੋਲੋਂ ਜਾਓ, ਪਰ ਇੱਥੇ ਇਤਿਹਾਸ ਵਿੱਚ ਬਹੁਤ ਵਿਵਾਦ ਨੇ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਸਮਰੱਥ ਸਨ, ਉਹਨਾਂ ਨੇ ਬਾਬਾ ਬੁੱਢਾ ਜੀ ਕੋਲੋਂ ਜਾਣ ਦੀ ਗੱਲ ਕਿਉਂ ਕੀਤੀ। ਇਸ ਗੱਲ ਨੂੰ ਚੇਤੇ ਰੱਖੀਏ ਗੁਰਮਖੋ। ਮੇਰੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਦੇ ਇਤਿਹਾਸ ਵਿੱਚ ਐਸੀਆਂ ਕਈ ਘਟਨਾਵਾਂ ਸਾਨੂੰ ਮਿਲਦੀਆਂ ਨੇ ਜਿੱਥੇ ਸਤਿਗੁਰ ਜੀ ਸਮਰੱਥ ਨੇ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਤਿਗੁਰ ਜੀ ਦਾਤ ਲੈਣ ਵਾਲੇ ਨੂੰ, ਫਰਿਆਦ ਕਰਨ ਵਾਲੇ ਨੂੰ ਕਿਸੇ ਸਿੱਖ ਦੇ ਚਰਨਾਂ ਦੇ ਵਿੱਚ ਭੇਜਦੇ ਰਹੇ। ਇਹ ਗੱਲ ਭਾਈ ਗੁਰਮੁਖ ਜੀ ਨੇ ਕਹੀ ਸੀ ਆ ਕੇ ਵੀ ਸਤਿਗੁਰ ਜੀ ਕੋਈ ਇਨਸਾਨ ਦੁੱਖ ਸੁੱਖ ਦੇ ਅੰਦਰ ਇੱਕ ਵਰਗਾ ਕਿਵੇਂ ਰਹਿ ਸਕਦਾ ਹੈ, ਹਰ ਸੋਗ ਵਿੱਚ ਇੱਕੋ ਜੀਵਨ ਕਿਵੇਂ ਜੀ ਸਕਦਾ ਇੱਕ ਵਰਗਾ। ਤੇ ਸਾਹਿਬ ਨੇ ਭਾਈ ਗੁਰਮੁਖ ਨੂੰ ਭਾਈ ਭਿਖਾਰੀ ਜੀ ਕੋਲੋਂ ਭੇਜਿਆ ਸੀ। ਇੱਕ ਸਿੱਖ ਨੇ ਫਰਿਆਦ ਕੀਤੀ ਵੀ ਸਤਿਗੁਰ ਜੀ ਗੁਰਮੁਖ ਰੋਮ ਰੋਮ ਹਰ ਧਿਆਵੇ, ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਸਿੱਖ ਨੂੰ ਭਾਈ ਬੰਨੋ ਜੀ ਕੋਲੋਂ ਭੇਜਿਆ ਸੀ। ਸੋ ਇਹੀ ਕਾਰਨ ਹੈ ਵੀ ਸਤਿਗੁਰ ਜੀ, ਕਿਉਂਕਿ ਗੁਰੂ ਦੀ ਨਿਗਾਹ ਵਿੱਚ ਸਿੱਖ ਜਿਹੜਾ ਹੈ ਉਹ ਕੋਈ ਛੋਟੀ ਹਸਤੀ ਨਹੀਂ। ਮੈਂ ਫਿਰ ਬੇਨਤੀ ਕਰਦਿਆਂ ਮੇਰੇ ਸਤਿਗੁਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਬੋਲ ਨੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਰੱਬ ਦਾ ਭਗਤ ਕਿਹੋ ਜਿਹਾ ਚਾਹੀਦਾ ਹੈ, ਤੇ ਅੰਤ ਵਿੱਚ ਉਦਾਹਰਨਾਂ ਦੇ ਕੇ ਉਹਨਾਂ ਨੇ ਜਿਹੜੀ ਗੱਲ ਕੀਤੀ, ਕਹਿਣ ਲੱਗੇ ਰੱਬ ਦਾ ਭਗਤ ਇਹੋ ਜਿਹਾ ਚਾਹੀਦਾ ਜਿਹੋ ਜਿਹਾ ਰੱਬ ਆਪ ਹੈ।
ਅਸਲ ਵਿੱਚ ਬਾਬਾ ਬੁੱਢਾ ਜੀ ਉਸ ਅਵਸਥਾ ਨੂੰ ਪਰਨਾ ਚੁੱਕੇ ਨੇ ਜਿਨ੍ਹਾਂ ਆਪਣੀ ਹਯਾਤੀ ਵਿੱਚ 5 ਗੁਰੂ ਸਾਹਿਬਾਨਾਂ ਦੇ ਦੀਦਾਰ ਕੀਤੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਹੁਣ ਤੱਕ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਦਾ ਤਿਲਕ ਦਿੱਤਾ ਹੈ। ਐਸੀ ਕਰਨੀ ਦੇ ਮਾਲਕ ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਗਏ। ਜਦੋਂ ਉਹਨਾਂ ਨੇ ਫਰਿਆਦ ਕੀਤੀ ਤੇ ਬਾਬਾ ਬੁੱਢਾ ਜੀ ਨੇ ਕਿਹਾ, ਮਾਤਾ ਜੀ ਵੇਖੋ, ਬਾਬਾ ਬੁੱਢਾ ਜੀ ਉਮਰ ਵਿੱਚ 90 ਸਾਲ ਤੋਂ ਉੱਪਰ ਉਮਰ ਹੈ ਬਾਬਾ ਬੁੱਢਾ ਜੀ ਦੀ, ਪਰ ਬਾਬਾ ਬੁੱਢਾ ਜੀ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮਹਿਲ ਮਾਤਾ ਗੰਗਾ ਜੀ, ਉਹਨਾਂ ਨੂੰ ਬੱਚਾ ਕਹਿ ਕੇ ਨਹੀਂ ਪੁਕਾਰਿਆ, ਉਹਨਾਂ ਨੂੰ ਮਾਂ ਕਹਿ ਕੇ ਪੁਕਾਰਿਆ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮਹਿਲ ਨੇ। ਤੇ ਇਹ ਬਚਨ ਕਿਹਾ ਸੀ, ਮਾਂ ਤੁਹਾਡੇ ਘਰ ਇਹੋ ਜਿਹਾ ਪੁੱਤਰ ਪ੍ਰਗਟੇਗਾ ਜਿੰਦਾ ਬਲ ਤੇ ਜਿੰਦੀ ਬੁੱਧ ਕੋਈ ਸੋਧ ਨਹੀਂ ਸਕਦਾ। ਤੁਮਰੇ ਗ੍ਰਹਿ ਪ੍ਰਗਟੇ ਕਾ ਜੋਧਾ ਜਾਂ ਕਾ ਬਲ ਬੁੱਧ ਕਿਨਹੂ ਨਾ ਸੋਧਾ। ਖੈਰ ਸਮਾਂ ਪਾ ਕੇ 1595 ਈਸਵੀ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਆਮਦ ਹੋਈ, ਸਤਿਗੁਰਾਂ ਦੀ ਆਮਦ ਹੋਈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ। ਆਸਾ ਰਾਗ ਦਾ ਇਹ ਸ਼ਬਦ ਆਪਾਂ ਆਰੰਭਤਾ ਵਿੱਚ ਮੰਗਲਾਚਰਨ ਰੂਪ ਵਿੱਚ ਪੜ੍ਹ ਕੇ ਗਏ ਹਾਂ। ਸਭ ਕਹਿੰਦੇ ਨੇ ਸਤਿਗੁਰੂ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਨੇ ਇਹ ਦਾਤ ਸਾਡੇ ਘਰ ਦੇ ਵਿੱਚ ਭੇਜੀ ਹੈ। ਚਿਰ ਜੀਵਨ ਉਪਜਿਆ ਸੰਜੋਗ, ਚਿਰ ਜੀਵਨ ਦਾ ਭਾਵੇਂ ਲੰਮੀ ਉਰਬਲ ਆਰਬਲਾ ਲੰਮਾ ਜੀਵਨ। ਮਾਲਕ ਨੇ ਕਿਰਪਾ ਕੀਤੀ, ਸੰਜੋਗ ਬਣਾਇਆ। ਇਹ ਇੱਕ ਚਿਰ ਜੀਵਨ ਲੈ ਕੇ, ਲੰਮੀ ਉਮਰ ਲੈ ਕੇ ਬਾਲਕ ਸਾਡੇ ਘਰ ਵਿੱਚ ਆਇਆ ਹੈ। ਜਿਸ ਦਿਨ ਮਾਤਾ ਦੇ ਉਦਰ ਵਿੱਚ ਇਹਨੇ ਨਿਵਾਸ ਕੀਤਾ, ਉਸ ਦਿਨ ਮਾਤਾ ਦੇ ਮਨ ਵਿੱਚ ਬੜੀ ਖੁਸ਼ੀ, ਬੜਾ ਖੇੜਾ, ਕਿਉਂਕਿ ਮਾਤ ਗੰਗਾ ਜੀ ਆਪ ਭਗਤੀ ਦੀ ਮੂਰਤ ਨੇ, ਸੇਵਾ ਦੀ ਮੂਰਤ ਨੇ। ਤੇ ਨਾਲ ਬਚਨ ਕਿਹਾ, ਜੰਮਿਆ ਪੂਤ ਭਗਤ ਗੋਬਿੰਦ ਕਾ। ਇਹ ਜਿਹੜਾ ਪੁੱਤਰ ਜੰਮਿਆ ਇਹ ਉਸ ਭਗਤ ਪ੍ਰਮਾਤਮਾ ਅਕਾਲ ਪੁਰਖ ਦਾ ਭਗਤ ਹੈ। ਇਹ ਉਸ ਮਾਲਕ ਨੇ ਆਪਣਾ ਪੁੱਤਰ, ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਾਬਤ ਬਚਨ ਆਏ ਵੀ ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ। ਇਨ ਬਿਨ ਸ਼ਬਦ ਵਰਤੇ ਗੁਰੂ ਅਰਜਨ ਸਾਹਿਬ ਜੀ ਨੇ। ਜੰਮਿਆ ਪੂਤ ਭਗਤ ਗੋਬਿੰਦ ਕਾ, ਇਹ ਭਗਤ ਪਰਮਾਤਮਾ ਦਾ ਭਗਤ ਬਣ ਕੇ ਇਹ ਪੁੱਤਰ ਸੰਸਾਰ ਵਿੱਚ ਜੰਮਿਆ। ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ। ਇਹ ਅੱਜ ਜਿਹੜਾ ਸਭ ਵਿੱਚ ਪ੍ਰਗਟ ਹੋਇਆ ਤੁਰੋਂ ਹੀ ਲਿਖਿਆ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ ਹੋਈ, ਚਾਰੇ ਪਾਸੇ ਖੁਸ਼ੀਆਂ ਨੇ। ਪਰ ਧਿਆਨ ਦਿਆ ਜੀ, ਅੱਜ ਇੱਕ ਘਰ ਅੰਮ੍ਰਿਤਸਰ ਦੇ ਅੰਦਰ ਇਹੋ ਜਿਹਾ ਹੈ ਜਿਸ ਘਰ ਦੇ ਅੰਦਰ ਦੀਵਾ ਨਹੀਂ ਬਲਿਆ, ਰੋਸ਼ਨੀ ਨਹੀਂ ਹੋਈ, ਜਿਸ ਘਰ ਦੇ ਅੰਦਰ ਸੋਗ ਹੈ, ਗਮੀ ਹੈ, ਉਹ ਘਰ ਸੀ ਬਾਬਾ ਬਿਰਥੀ ਚੰਦ ਜੀ ਦਾ। ਇਹ ਬੇਸ਼ੱਕ ਗੁਰੂ ਅਰਜਨ ਸਾਹਿਬ ਜੀ ਦੇ ਵੱਡੇ ਭਰਾ ਨੇ। ਅੱਜ ਭਰਾ ਨੂੰ ਮੁਬਾਰਕ ਦੇਣ ਨਹੀਂ ਆਏ, ਅੱਜ ਖੁਸ਼ੀ ਨਹੀਂ ਮਨ ਵਿੱਚ ਸੋਗ ਹੈ ਵੀ ਗੁਰੂ ਅਰਜਨ ਸਾਹਿਬ ਜੀ ਦੇ ਘਰ ਵਿੱਚ ਪੁੱਤਰ ਕਿਉਂ ਜੰਮੇ। ਬਸ ਫਿਰ ਇਹ ਦਿਨ ਗਿਆ, ਇਹਨੇ ਬਿਉਂਤਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਵੀ ਕਿਸੇ ਤਰੀਕੇ ਨਾਲ ਇਸ ਬੱਚੇ ਨੂੰ ਖਤਮ ਕੀਤਾ ਜਾਏ ਤਾਂ ਕਿ ਕੱਲ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸਾਡੇ ਪੁੱਤਰ ਨੂੰ ਮਿਲੇ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਇਹਨੇ 4 ਹਿੱਲੇ ਕੀਤੇ ਮਾਰਨ ਦੇ। ਅੰਮ੍ਰਿਤ ਬਾਣੀ ਦੇ ਅੰਦਰ ਉਹਨਾਂ 4 ਹਿੱਲਿਆਂ ਵਿੱਚੋਂ 2 ਦਾ ਜ਼ਿਕਰ ਸਾਨੂੰ ਬਾਣੀ ਵਿੱਚੋਂ ਮਿਲਦਾ ਹੈ। ਪਹਿਲਾ ਤੇ ਇਹ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਦੇ ਲਈ ਇਹਨੇ ਦਾਈ ਨੂੰ ਭੇਜਿਆ। ਉਸ ਦਾਈ ਨੇ ਆਪਣੇ ਥਣਾ ਤੇ ਜ਼ਹਿਰ ਲਾਈ, ਕਿਉਂਕਿ ਪੁਰਾਣੇ ਸਮੇਂ ਵਿੱਚ ਸਿਰਫ ਮਾਤਾ ਹੀ ਆਪਣੇ ਬੱਚੇ ਨੂੰ ਦੁੱਧ ਨਹੀਂ ਸੀ ਪਿਆਂਦੀ। ਘਰ ਵਿੱਚ ਕੋਈ ਹੋਰ ਚਾਚੀ, ਤਾਈ, ਕੋਈ ਹੋਰ ਜਿਨ੍ਹਾਂ ਦੇ ਹਮ ਉਮਰ ਬੱਚੇ, ਕਈ ਵਾਰੀ ਉਹ ਵੀ ਬੱਚਿਆਂ ਨੂੰ ਆਪਣਾ ਦੁੱਧ ਪਿਆ ਦਿੰਦੀਆਂ ਸਨ। ਇਹ ਅਜੋਕਾ ਸਮਾਂ ਤੇ ਅੱਜ ਤੇ ਅਸੀਂ ਡੱਬਿਆਂ ਤੇ ਨਿਰਭਰ ਹੋ ਗਏ ਨਾ। ਪਰ ਖੈਰ ਇਹ ਆਪਣਾ ਪ੍ਰਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਉਹਨਾਂ ਦੀ ਆਮਦ ਹੋਈ ਤੇ ਦਾਈ ਫਤੋ ਇਹਨੇ ਆਪਣੇ ਥਣਾ ਤੇ ਜ਼ਹਿਰ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਮਾਰਨ ਲਈ ਆਈ। ਇਹਨੂੰ ਭੇਜਿਆ ਬਾਬਾ ਬਿਰਥੀ ਚੰਦ ਨੇ। ਉਹ ਜ਼ਹਿਰ ਜਦੋਂ ਤੱਕ ਇਹ ਬੱਚੇ ਨੂੰ ਦੁੱਧ ਪਿਆਂਦੀ, ਉਸ ਤੋਂ ਪਹਿਲਾਂ ਜ਼ਹਿਰ ਦਾ ਅਸਰ ਦਾਈ ਫਤੋ ਤੇ ਹੋ ਗਿਆ। ਇਹਦੀ ਮੌਤ ਜ਼ਹਿਰ ਕਰਕੇ ਹੋਈ, ਤੜਪ ਕੇ।
ਪਰ ਮਰਨ ਤੋਂ ਪਹਿਲਾਂ ਇਹਨੇ ਇਹ ਗੱਲ ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ ਨਸ਼ਰ ਕਰ ਦਿੱਤੀ ਕਿ ਮੈਨੂੰ ਭੇਜਣ ਵਾਲਾ ਤੁਹਾਡਾ ਭਰਾ ਪ੍ਰਿਥੀ ਚੰਦ ਹੈ, ਜਿੰਦੇ ਕਹਿਣ ਵਿੱਚ ਦਿੱਤੇ ਲਾਲਚ ਦੇ ਵਿੱਚ ਮੈਂ ਆ ਕੇ ਕੰਮ ਕਰਨ ਆਈ ਸਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਤੇ ਪਹਿਲਾ ਹਮਲਾ ਪਤਾ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਲੱਗ ਗਿਆ, ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੋਈ ਰੰਜ ਨਹੀਂ ਕੀਤਾ, ਬਲਕਿ ਅਕਾਲ ਪੁਰਖ ਦਾ ਸ਼ੁਕਰ ਕੀਤਾ ਵੀ ਮੇਰੇ ਮਾਲਕ ਤੂੰ ਕਿਰਪਾ ਕੀਤੀ ਏ, ਆਪਣੇ ਬੱਚੇ ਦੀ ਪੈਜ ਰੱਖੀ, ਆਪਣੇ ਬੱਚੇ ਨੂੰ ਤੂੰ ਸੰਸਾਰ ਵਿੱਚ ਰੱਖ ਲਿਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਉਹਨਾਂ ਤੇ ਫਿਰ ਦੂਜਾ ਹਮਲਾ ਬਾਬਾ ਪ੍ਰਿਥੀ ਚੰਦ ਜਿਹੜੇ ਨੇ ਉਹ ਇੱਕ ਸਪੇਰੇ ਨੂੰ ਭੇਜਦੇ ਨੇ। ਉਹ ਸਪੇਰਾ ਆਪਣੇ ਨਾਲ ਇੱਕ ਜ਼ਹਿਰੀਲੇ ਸੱਪ ਨੂੰ ਲੈ ਕੇ ਘਰ ਵਿੱਚ ਦਾਖਲ ਹੁੰਦਾ ਹੈ, ਤੇ ਜਿਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਵਿਹੜੇ ਦੇ ਵਿੱਚ ਟਹਿਲ ਰੇੜਦੇ ਪਏ ਨੇ, ਅਜੇ ਸਤਿਗੁਰਾਂ ਦੀ ਆਰਬਲਾ ਕੋਈ 5-4 ਮਹੀਨੇ ਦੀ ਹੈ, ਸਤਿਗੁਰੂ ਜੀ ਰਿੜਦੇ ਪਏ ਨੇ ਵਿਹੜੇ ਦੇ ਵਿੱਚ, ਤੇ ਜਿਸ ਵੇਲੇ ਇਹਨੇ ਉਸ ਸੱਪ ਨੂੰ ਛੱਡਿਆ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਹਦੀ ਸਿਰੀ ਆਪਣੇ ਹੱਥ ਵਿੱਚ ਫੜ ਲਈ। ਇਹ ਸਿਰੀ ਫੜੀ ਤੇ ਸਿੱਖ ਸੰਗਤਾਂ ਇਕੱਠੀਆਂ ਹੋਈਆਂ, ਉਹਨਾਂ ਸੱਪ ਨੂੰ ਪਕੜ ਕੇ ਮਾਰਿਆ। ਇਸ ਸਪੇਰੇ ਨੇ ਵੀ ਬਾਜ ਉਗੇੜ ਦਿੱਤਾ ਵੀ ਮੈਨੂੰ ਭੇਜਣ ਵਾਲਾ ਬਾਬਾ ਪ੍ਰਿਥੀ ਚੰਦ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਫਿਰ ਮਾਲਕ ਦਾ ਸ਼ੁਕਰ ਕੀਤਾ। ਸੱਚ ਵਿੱਚ ਇਸ ਮੈਂ ਕਹਿੰਦਾ ਕੁਰਬਾਨ ਜਾਈਏ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ। ਵੇਖੋ ਗੁਰਮਖੋ, ਕਿਤੇ ਭਰਾ ਦਾ ਪੁੱਤਰ ਜੇ ਕਿਸੇ ਕਾਰਨ ਖਰੋਚ ਵੀ ਭਰਾ ਦੇ ਕੋਲੋਂ ਆ ਜਾਏ, ਭਰਾ ਲੜਨ ਤੇ ਮਰਨ ਤੱਕ ਜਾਂਦਾ, ਤੂੰ ਮੇਰੇ ਪੁੱਤਰ ਨੂੰ ਇਹ ਖਰੋਚ ਦਿੱਤੀ ਕਿਉਂ? ਇੱਥੋਂ ਤੱਕ ਤੁਸੀਂ ਮਾੜਾ ਜਿਹਾ ਕਿਤੇ ਖਰਵਾ ਬੋਲਦੇ ਹੋ, ਘਰ ਦੇ ਵਿੱਚ ਆਪਸ ਵਿੱਚ ਦਰਾਣੀਆਂ ਜਠਾਣੀਆਂ ਲੜਨ ਲੱਗ ਪੈਂਦੀਆਂ ਨੇ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿੰਨੇ ਪਰਮਾਤਮਾ ਦੇ ਭਾਣੇ ਵਿੱਚ ਨੇ, ਮੈਂ ਕਹਿੰਦਾ ਉਨਾ ਹੀ ਮਾਤ ਗੰਗਾ ਜੀ ਨੇ ਵੀ। ਜੇ ਗੁਰੂ ਅਰਜਨ ਸਾਹਿਬ ਜੀ ਦੇ ਅੰਦਰ ਠਰਮ ਹੈ ਤੇ ਖਿਆਲ ਕਰਿਓ ਮਾਤ ਗੰਗਾ ਜੀ ਵੀ ਤੇ ਉੱਥੇ ਖੜੇ ਹੋਏ ਨੇ ਨਾ। ਉਹਨਾਂ ਇੱਕ ਵਾਰ ਵੀ ਨਹੀਂ ਆਖਿਆ ਵੀ ਤੁਹਾਡੇ ਭਰਾ ਇਹ ਕੀ ਕਰਦੇ ਪਏ ਨੇ, ਇੱਕੋ ਇੱਕ ਪੁੱਤਰ ਸਾਡਾ, ਉਹਨੂੰ ਵੀ ਮਾਰਨ ਦਾ ਹੀਲਾ ਪੇ ਕਰਦੇ ਨੇ। ਨਹੀਂ, ਮਾਤ ਗੰਗਾ ਜੀ ਵੀ ਰੱਬ ਦੇ ਭਾਣੇ ਵਿੱਚ ਸ਼ੁਕਰ ਵਿੱਚ ਨੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਤੀਜਾ ਹਮਲਾ ਕੀਤਾ ਗਿਆ। ਇੱਕ ਬ੍ਰਾਹਮਣ ਨੂੰ ਦਹੀਂ ਦੇ ਕੇ ਭੇਜਿਆ ਗਿਆ, ਇਹ ਆਖਿਆ ਵੀ ਇਹ ਦਹੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਵਾਉਣ ਦੇ ਅੰਦਰ ਜ਼ਹਿਰ ਹੈ। ਉਹ ਬ੍ਰਾਹਮਣ ਦਹੀਂ ਲੈ ਕੇ ਆਇਆ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਹੱਥ ਮਾਰਿਆ, ਉਹ ਦਹੀਂ ਥੱਲੇ ਡੁੱਲ ਗਈ। ਉਹਨੂੰ ਕਿਸੇ ਘਰ ਦੇ ਜਾਨਵਰ ਨੇ ਖਾਧਾ ਤੇ ਉਹਦੀ ਮੌਤ ਹੋ ਗਈ, ਪਾਜ ਉਗੜਿਆ। ਇਹ ਬ੍ਰਾਹਮਣ ਇਹਦੇ ਅੰਦਰ ਸੂਲ ਉੱਠਿਆ, ਜਿਹਨੂੰ ਅਸੀਂ ਹਾਰਟ ਅਟੈਕ ਕਹਿੰਦੇ ਹਾਂ। ਸੂਲ ਉੱਠਿਆ ਤੇ ਇਹਦੀ ਮੌਤ ਹੋਈ। ਸਾਹਿਬ ਨੇ ਬਾਣੀ ਵਿੱਚ ਵੀ ਆਖਿਆ, ਪਾਤਸ਼ਾਹ ਕਹਿੰਦੇ ਨੇ ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ, ਉਹਦੇ ਅੰਦਰ ਸੂਲ ਉੱਠਿਆ ਤੇ ਉਹਦੀ ਮੌਤ ਹੋ ਗਈ। ਪਰ ਮਰਦਾ ਹੋਇਆ ਇਹ ਵੀ ਪਾਜ ਉਗੇੜ ਗਿਆ। ਚੌਥਾ ਹਿੱਲਾ ਕੀਤਾ, ਇੱਕ ਬੱਚੇ ਨੂੰ ਭੇਜਿਆ, ਉਹਦੀਆਂ ਦੋਵੇਂ ਜੇਬਾਂ ਵਿੱਚ ਮਿਠਾਈ ਪਾ ਦਿੱਤੀ, ਇੱਕ ਵਿੱਚ ਮਿਠਾਈ ਜ਼ਹਿਰੀਲੀ ਤੇ ਇੱਕ ਵਿੱਚ ਮਿਠਾਈ ਪਾ ਦਿੱਤੀ ਠੀਕ। ਇਹ ਕਿਹਾ ਵੀ ਤੂੰ ਠੀਕ ਆਪ ਖਾਈ, ਜ਼ਹਿਰੀਲੀ ਹਰਗੋਬਿੰਦ ਸਾਹਿਬ ਨੂੰ ਦਈ, ਪਰ ਉਲਟਾ ਵਾਪਰਿਆ, ਜ਼ਹਿਰੀਲੀ ਆਪ ਖਾ ਗਿਆ, ਠੀਕ ਵਾਲੀ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਦਿੱਤੀ। ਇਹ ਬਾਲਕ ਦੀ ਮੌਤ ਹੋਈ, ਪਰ ਇਹਨੇ ਵੀ ਮਰਦਿਆਂ ਬਚਨ ਕਹਿ ਦਿੱਤਾ ਵੀ ਮੈਨੂੰ ਭੇਜਣ ਵਾਲਾ ਤੁਹਾਡਾ ਭਰਾ ਬਾਬਾ ਪ੍ਰਿਥੀ ਚੰਦ। 4 ਹਿੱਲੇ ਉਹਨਾਂ ਨੇ ਕੀਤੇ ਨੇ, ਪਰ ਸੱਚ ਵਿੱਚ ਜਿਨ੍ਹਾਂ ਬਾਬਤ ਮੇਰੇ ਸਾਹਿਬ ਦੀ ਬਾਣੀ ਨੇ ਬਚਨ ਆਖਿਆ ਸੀ ਕਿ ਇਹ ਤੇ ਭਗਤ ਗੋਬਿੰਦ ਕਾ ਹੈ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ। ਐਸੇ ਮੇਰੇ ਸਤਿਗੁਰ ਪਾਤਸ਼ਾਹ ਜੀ ਦਾ ਵਾਲ ਵੀ ਵਿੰਗਾ ਨਾ ਕਰ ਸਕੇ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੁਰਬਾਨ ਜਾਈਏ ਮੇਰੇ ਸਤਿਗੁਰਾਂ ਤੋਂ। ਇੱਕ ਵਾਰ ਵੀ ਸਤਿਗੁਰ ਪਾਤਸ਼ਾਹ ਜੀ ਨੇ ਸਾਧ ਸੰਗਤ ਆਪਣੇ ਭਰਾ ਤੇ ਉਂਗਲ ਚੁੱਕ ਕੇ ਨਹੀਂ ਆਖਿਆ, ਲੜਨ ਵਾਸਤੇ ਨਹੀਂ ਗਏ। ਹਰ ਵਾਰ ਪ੍ਰਮਾਤਮਾ ਦਾ ਸ਼ੁਕਰ ਕੀਤਾ, ਸ਼ੁਕਰਾਨਾ ਕੀਤਾ। ਇੰਨੀਆਂ ਬਖਸ਼ਿਸ਼ਾਂ ਦੇ ਮਾਲਕ, ਆਓ ਥੋੜਾ ਜਿਹਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਵਿੱਚੋਂ ਆਪਾਂ 1-2 ਘਟਨਾਵਾਂ ਵੀ ਕਿੰਨੇ ਬਖਸ਼ਿੰਦ ਪਿਤਾ ਸਨ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬੜੇ ਪਿਆਰੇ ਬੋਲ ਕਹੇ ਨੇ। ਉਹ ਕਹਿੰਦੇ ਨੇ ਗੁਰ ਹਰਗੋਬਿੰਦ ਆਸਰਾ ਪਾ ਕਰਮ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਸਿਰ ਤੋਂ ਲੈ ਕੇ ਪੈਰਾਂ ਤੱਕ ਬਖਸ਼ਿਸ਼ਾਂ ਕਰਨ ਵਾਲੇ ਹੋ। ਕਿੰਨੀਆਂ ਕੁ ਬਖਸ਼ਿਸ਼ਾਂ ਕਰਨ ਵਾਲੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਸਾਹਿਬਾਂ ਦੇ ਚਰਨਾਂ ਵਿੱਚ ਮਾਤਾ ਆਈਏ, ਇਹਦੇ ਘਰ ਵਿੱਚ ਔਲਾਦ ਨਹੀਂ। ਸਾਹਿਬਾਂ ਦੇ ਚਰਨਾਂ ਵਿੱਚ ਇਹਨੇ ਫਰਿਆਦ ਕੀਤੀ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰੋ,
ਮੇਰੇ ਕੋਲੋਂ ਔਲਾਦ ਨਹੀਂ, ਤੁਹਾਡੇ ਦਰ ਤੇ ਜਿਹੜਾ ਆਉਂਦਾ ਹੈ ਉਹਦੀਆਂ ਝੋਲੀਆਂ ਭਰਦੀਆਂ ਨੇ, ਕਿਰਪਾ ਕਰਕੇ ਮੈਨੂੰ ਔਲਾਦ ਦੀ ਦਾਤ ਦਿਓ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਬਚਨ ਕਿਹਾ, ਮਾਤਾ ਤੇਰੇ ਕਰਮਾਂ ਵਿੱਚ ਤੇ ਔਲਾਦ ਹੈ ਹੀ ਨਹੀਂ, ਤੈਨੂੰ ਦਈਏ ਕਿੱਥੋਂ। ਇਹ ਬੜੀ ਨਮੋਸ਼ੀ ਨਾਲ ਉਸੇ ਪੈਰਾਂ ਦੇ ਨਾਲ ਪਿੱਛੇ ਮੁੜ ਚੱਲੀ ਵੀ ਗੁਰੂ ਨੇ ਮਨਾ ਕਰ ਦਿੱਤਾ ਵੀ ਕਰਮਾਂ ਵਿੱਚ ਨਹੀਂ ਤੇ ਦਈਏ ਕਿੱਥੋਂ। ਬੜੀ ਸਿਰ ਝੁਕਾ ਕੇ ਨਮੋਸ਼ੀ ਵਿੱਚ ਵਾਪਸ ਜਾ ਰਹੀ ਸੀ। ਅੱਗੋਂ ਬਾਬਾ ਬੁੱਢਾ ਜੀ ਨਾਲ ਮੁਲਾਕਾਤ ਹੋ ਗਈ। ਉਹਨਾਂ ਨੇ ਪੁੱਛ ਲਿਆ, ਮਾਤਾ ਜੀ ਕਿੱਧਰੋਂ ਆਏ ਹੋ? ਉਹਨਾਂ ਕਿਹਾ, ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚੋਂ ਗੁਰੂ ਦੇ ਦਰਸ਼ਨ ਕਰ। ਕਹਿੰਦੇ ਨਹੀਂ, ਤੁਸੀਂ ਗੁਰੂ ਦੇ ਦਰਸ਼ਨ ਕਰਕੇ ਲਿਆ। ਜਿਹੜਾ ਗੁਰੂ ਦੇ ਦਰਸ਼ਨ ਕਰ ਲੇ ਉਹਦੇ ਚਿਹਰੇ ਤੇ ਰੌਣਕ ਹੁੰਦੀ ਹੈ, ਤੁਹਾਡੇ ਚਿਹਰੇ ਤੇ ਰੌਣਕ ਨਹੀਂ। ਕਹਿਣ ਲੱਗੀ, ਰੌਣਕ ਇਸ ਕਰਕੇ ਨਹੀਂ ਵੀ ਦਾਤ ਮੰਗਣ ਗਈ ਸਾਂ, ਦਾਤ ਮਿਲੀ ਕੋਈ ਨਹੀਂ। ਗੁਰੂ ਨੇ ਆਖਿਆ ਤੇਰੇ ਕਰਮਾਂ ਵਿੱਚ ਹੀ ਨਹੀਂ। ਤੇ ਅੱਗੋਂ ਬਾਬਾ ਬੁੱਢਾ ਜੀ ਨੇ ਆਖਿਆ ਕਿ ਮਾਤਾ ਗੁਰੂ ਹਰਗੋਬਿੰਦ ਸਾਹਿਬ ਜੀ ਕੋਲੋਂ ਦੁਬਾਰਾ ਜਾਓ। ਜੇ ਉਹ ਕਹਿਣਾ ਵੀ ਤੁਹਾਡੇ ਕਰਮਾਂ ਵਿੱਚ ਨਹੀਂ, ਤੇ ਉਹਨਾਂ ਸਾਹਮਣੇ ਹੱਥ ਜੋੜ ਕੇ ਵਿਰਲਾਪ ਕਰਕੇ ਅੱਖਾਂ ਦੇ ਝੁਕਾ ਕੇ ਉਹਦੇ ਚਰਨਾਂ ਵਿੱਚ ਬੇਨਤੀ ਕਰਕੇ ਆਖਿਆ, ਜੇ ਸਤਿਗੁਰੂ ਕਰਮਾਂ ਵਿੱਚ ਲਿਖਣ ਵਾਲੇ ਤੁਸੀਂ ਹੋ, ਜੇ ਉੱਥੇ ਨਹੀਂ ਤੇ ਇੱਥੇ ਲਿਖ ਦਿਓ। ਇਹ ਮਾਤਾ ਅਗਲੇ ਦਿਨ ਦੁਬਾਰਾ ਗਈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਹਨੇ ਬੇਨਤੀ ਕੀਤੀ ਤੇ ਸਾਹਿਬ ਜੀ ਨੇ ਆਖਿਆ, ਮਾਤਾ ਤੁਹਾਨੂੰ ਕੱਲ ਵੀ ਆਖਿਆ ਸੀ ਤੁਹਾਡੇ ਕਰਮਾਂ ਵਿੱਚ ਨਹੀਂ। ਤੇ ਇਹਨੇ ਜਦੋਂ ਬੋਲ ਆਖੇ ਨਾ, ਕਹਿਣ ਲੱਗੀ, ਸਤਿਗੁਰੂ ਕਰਮਾਂ ਵਿੱਚ ਲਿਖਣ ਵਾਲੇ ਤੁਸੀਂ ਹੋ, ਜੇ ਮਾਲਕ ਜੀ ਦਰਗਾਹ ਵਿੱਚ ਨਹੀਂ ਲਿਖੇ ਤੇ ਇਸ ਥਾਂ ਤੇ ਇਸ ਦਰਗਾਹ ਵਿੱਚ ਲਿਖ ਦਿਓ। ਗੁਰੂ ਹਰਗੋਬਿੰਦ ਸਾਹਿਬ ਜੀ ਚੁੱਪ ਕਰ ਗਏ। ਉੱਥੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਤਕਰੀਬਨ ਇੱਕ ਘੜੀ ਵੀ 15-20 ਮਿੰਟ ਸਤਿਗੁਰ ਜੀ ਬਿਲਕੁਲ ਚੁੱਪ ਰਹੇ। ਤੇ ਚੁੱਪ ਕਰ ਜਦੋਂ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਬੋਲ ਬੋਲੇ, ਕਹਿਣ ਲੱਗੇ, ਮਾਤਾ ਜੀ ਇਹ ਬੋਲ ਤੁਹਾਡੇ ਨਹੀਂ, ਇਹ ਅਸਲ ਵਿੱਚ ਤੁਹਾਡੇ ਅੰਦਰੋਂ ਜਿਹੜੇ ਬੋਲ ਨਿਕਲੇ ਨੇ ਕਿਸੇ ਕਰਨੀ ਵਾਲੇ ਦੇ ਨੇ। ਉਹਨੇ ਆਖਿਆ ਵੀ ਮੈਨੂੰ ਬਾਬਾ ਬੁੱਢਾ ਜੀ ਪ੍ਰੇਰਨਾ ਦੇਣ ਵਾਲੇ ਸਨ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ ਵੀ ਜਿਨ੍ਹਾਂ ਪ੍ਰੇਰਨਾ ਦਿੱਤੀ ਏ ਉਹ ਇੰਨੇ ਪਹੁੰਚੇ ਹੋਏ ਨੇ, ਜੇ ਉਹਨਾਂ ਦੀ ਇੰਨੀ ਪ੍ਰਤੀਤ ਏ ਤੇ ਫਿਰ ਅਸੀਂ ਕੌਣ ਹੁੰਨੇ ਆ ਉਹਨਾਂ ਦੀ ਪ੍ਰਤੀਤ ਨੂੰ ਮੋੜਨ ਵਾਲੇ। ਮੈਂ ਫਿਰ ਬੇਨਤੀ ਕਰਦੇ ਆ, ਬਾਬਾ ਬੁੱਢਾ ਜੀ ਉਹ ਸ਼ਖਸੀਅਤ ਦੇ ਮਾਲਕ ਨੇ ਜਿਨ੍ਹਾਂ ਨੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਸਿਰਫ ਦੁਨਿਆਵੀ ਸਿੱਖਿਆ ਹੀ ਨਹੀਂ, ਘੋੜ ਸਵਾਰੀ, ਸ਼ਸਤਰ ਦੀ ਵਿਦਿਆ, ਇਹ ਸਭ ਕੁਝ ਦੇਣ ਵਾਲੇ ਬਾਬਾ ਬੁੱਢਾ ਜੀ ਸਨ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਇਸ ਮਾਤਾ ਦੀ ਝੋਲੀ ਵਿੱਚ ਮੇਰੇ ਸਤਿਗੁਰ ਨੇ ਦਾਤ ਪਾਈ। ਸਭ ਨੇ ਬਖਸ਼ਿਸ਼ ਭਰੇ ਬੋਲ ਆਖੇ ਵੀ ਮਾਲਕ ਕਿਰਪਾ ਕਰੇ, ਕਰਨਗੇ ਤੇਰੇ ਘਰ ਵਿੱਚ ਵੀ ਪੁੱਤਰ ਦੀ ਦਾਤ ਹੋਏਗੀ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਗੁਰ ਹਰਗੋਬਿੰਦ ਆਸਰਾ ਪਾ ਕਰਮ ਕਿ ਮਕਬੂਲ ਸੂਦ ਜੇ ਸ਼ਕੀ ਵਦਈਮ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਵੱਡੇ ਵੱਡੇ ਪਾਪੀ ਦੁਖੀ, ਉਹਨਾਂ ਤੇ ਜਦੋਂ ਤੁਹਾਡੀ ਮਿਹਰ ਹੋ ਜਾਂਦੀ ਸਤਿਗੁਰ ਜੀ, ਵੱਡੇ ਵੱਡੇ ਪਾਪੀ ਤੇ ਦੁਖੀ ਵੀ ਤੁਹਾਡੇ ਚਰਨਾਂ ਦੇ ਵਿੱਚ ਤੁਹਾਡੀ ਨਜ਼ਰ ਲੈ ਕੇ ਉਹ ਵੀ ਸਤਿਗੁਰ ਜੀ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ। ਇਹੋ ਜਿਹੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ, ਤਾਂ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰੂ ਬਖਸ਼ਿੰਦ ਹੈ। ਜਦੋਂ ਕੋਈ ਸਤਿਗੁਰ ਦੀ ਸ਼ਰਨ ਵਿੱਚ ਆ ਜਾਂਦਾ ਹੈ, ਗੁਰੂ ਕਿਰਪਾ ਕਰਦਾ ਹੈ, ਸਤਿਗੁਰ ਮਨੂਰ ਵਰਗਿਆਂ ਨੂੰ ਵੀ ਸੋਨੇ ਵਰਗਾ ਬਣਾ ਦਿੰਦਾ ਹੈ। ਸਤਿਗੁਰ ਪਾਰਸ ਪਰਸੇ ਕੰਚਨ ਕਰੇ ਮਨੂਰ ਮਲੀਨਾ। ਸਤਿਗੁਰ ਬਾਵਨ ਚੰਦਨੋ, ਪਾਤਸ਼ਾਹ ਜੀ ਬਾਵਨ ਚੰਦਨ ਵਰਗੇ ਨੇ। ਜੇ ਕਿਤੇ ਅੱਤ ਤੋਂ ਰਿੰਡ ਵਰਗਾ ਰੁੱਖ ਵੀ ਇਸ ਚੰਦਨ ਦੇ ਕੋਲੋਂ ਉੱਗ ਪਵੇ, ਇਹ ਚੰਦਨ ਉਹਨੂੰ ਵੀ ਖੁਸ਼ਬੂ ਦੇ ਨਾਲ ਨਿਵਾਜ ਦਿੰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ਾਂ ਆਪਣੇ ਜੀਵਨ ਵਿੱਚ ਕੀਤੀਆਂ। ਜਿਵੇਂ ਮਾਤਾ ਭਾਗਪਰੀ ਜੀ ਕਸ਼ਮੀਰ ਦੀ ਧਰਤੀ ਤੇ ਫਰਿਆਦੀ ਸਨ, ਸਭ ਨੇ ਮੁਲਾਕਾਤ ਹੀ ਨਹੀਂ ਕੀਤੀ, ਸਤਿਗੁਰ ਨੇ ਉਹਨਾਂ ਨੂੰ ਦਰਸ਼ਨ ਹੀ ਨਹੀਂ ਦਿੱਤੇ। ਦਰਸ਼ਨ ਦੇ ਕੇ ਜਿਹੜਾ ਚੋਲਾ ਉਹਨਾਂ ਨੇ ਆਪਣੇ ਹੱਥਾਂ ਨਾਲ ਤਿਆਰ ਕੀਤਾ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਥਨ ਤੇ ਪਾਇਆ। ਐਸੇ ਬਖਸ਼ਿਸ਼ਾਂ ਦੇ ਮਾਲਕ। ਇਸੇ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰਪਾਰੀ। ਅਰਜਨ ਕਾਇਆ ਪਲਟ ਗਏ ਮੂਰਤ ਹਰਗੋਬਿੰਦ ਸਵਾਰੀ। ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ, ਬਹੁ ਪਰਉਪਕਾਰੀ। ਬਹੁਤ ਵੱਡਾ ਜੋਧਾ ਵੀ ਏ ਤੇ ਪਰਉਪਕਾਰੀ ਵੀ ਏ। ਖਿਆਲ ਕਰਿਓ, ਕੋਈ ਜੋਧਾ ਹੋਵੇ
ਤੇ ਪਰਉਪਕਾਰ ਦੀ ਭਾਵਨਾ। ਇਹਨੂੰ ਕਹਿੰਦੇ ਨੇ ਸੰਤ ਵੀ ਹੈ ਤੇ ਸਿਪਾਹੀ ਵੀ ਨੇ। ਸਾਹਿਬ ਨੇ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ, ਹੁਣ ਜਵਾਨੀਆਂ ਤੇ ਸ਼ਸਤਰ ਭੇਟ ਕਰੋ। 2200 ਘੋੜ ਸਵਾਰ ਦੀ ਪ੍ਰਥਾ ਸਾਹਿਬ ਨੇ ਆਰੰਭ ਕੀਤੀ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ। ਆਓ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਅਰਦਾਸ ਕਰੀਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ, ਸਤਿਗੁਰ ਮਿਹਰਮਤ ਕਰੋ, ਆਪਣੀ ਅੰਮ੍ਰਿਤ ਦ੍ਰਿਸ਼ਟੀ ਸਾਡੇ ਤੇ ਵੀ ਕਰੋ, ਤਾਂ ਕਿ ਤੁਹਾਡੇ ਇਹ ਅਮੋਲਕ ਬਚਨ ਸਾਡੇ ਜੀਵਨ ਦਾ ਆਧਾਰ ਬਣ ਜਾਣ। ਹੋਈਆਂ ਗਲਤੀਆਂ ਬਖਸ਼ ਲੈਣੀਆਂ। ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ,